हेलो डियर स्टूडेंट्स, हाउ आर यू। ਅੱਜ ਅਸੀਂ ਯੂਨਿਟ 4 ਕਰ ਰਹੇ ਹਾਂ ਜੀ, ਜੋ ਸਾਡਾ ਫਾਈਨਲ ਪੇਪਰ ਹੈ ਫਿਜ਼ਿਕਸ ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਮਾਰਚ 2023 ਦਾ। ਉਹਦੇ ਵਿੱਚ ਜੋ ਯੂਨਿਟ 4 ਹੈ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ, ਉਹਦੀ ਤਿਆਰੀ ਲਈ ਅੱਜ ਇਹ ਵੀਡੀਓ ਬਣਾਇਆ ਗਿਆ ਹੈ। ਤੇ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚੋਂ ਟੋਟਲ ਜਿਹੜਾ ਹੈ ਉਹ 7 ਮਾਰਕਸ ਦਾ ਪੇਪਰ ਪੁੱਛਿਆ ਜਾਣਾ ਹੈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿੰਨਾ ਪੇਪਰ ਇਹਦੇ ਵਿੱਚੋਂ ਆਣਾ ਹੈ ਤੇ ਕਿੰਨੇ ਕਿੰਨੇ ਕਿਸ ਤਰ੍ਹਾਂ ਦੇ ਕੁਐਸਚਨਸ ਆਣੇ ਹੈ। ਤਾਂ ਦੋ ਕੁਐਸਚਨਸ ਆਣੇ ਆ ਜੀ ਇੱਕ ਇੱਕ ਨੰਬਰ ਦੇ, ਜਿਹੜੇ MCQ ਜਾਂ ਟਰੂ ਫਾਲਸ ਦੀ ਫਾਰਮ 'ਚ ਹੋ ਸਕਦੇ ਆ। ਇੱਕ ਕੁਐਸਚਨ 2 ਮਾਰਕਸ ਦਾ ਹੋਏਗਾ, ਠੀਕ ਹੈ, ਤੇ 3 ਮਾਰਕਸ ਵਾਲੇ ਕੁਐਸਚਨਸ ਦੇ ਵਿੱਚ ਆਪਸ਼ਨ ਹੋਏਗੀ ਕਿ ਤੁਸੀਂ ਥਿਊਰੀ ਵਾਲਾ ਕੁਐਸਚਨ ਅਟੈਂਪਟ ਕਰਨਾ ਹੈ ਜਾਂ ਨਿਊਮੈਰੀਕਲ ਅਟੈਂਪਟ ਕਰਨਾ। ਇਹਦੇ ਵਿੱਚੋਂ 7 ਮਾਰਕਸ ਦਾ ਪੇਪਰ ਇਹਦੇ ਵਿੱਚੋਂ ਪੁੱਛਿਆ ਜਾ ਰਿਹਾ ਹੈ। ਤਾਂ ਇਹਦੇ ਵਿੱਚ ਦੇਖੋ ਦੋ ਤਰ੍ਹਾਂ ਦੇ ਕੁਐਸਚਨਸ ਹੈ ਜੋ ਮੈਂ ਹੁਣ ਤੁਹਾਨੂੰ ਕਰਵਾ ਰਿਹਾ। ਇੱਕ ਤਾਂ MCQs ਹੈ, ਕਿਉਂਕਿ MCQs ਵੀ ਆਣੇ ਹੈ। MCQs ਕੁਝ ਤਾਂ ਮੈਂ ਤੁਹਾਨੂੰ ਇਸ ਚੈਪਟਰ ਦੇ ਵਿੱਚ ਦੇ ਰਿਹਾ ਜਿਹੜੇ ਕਿ ਆਉਣ ਦੀ ਸੰਭਾਵਨਾ ਹੈ, ਤੇ ਕੁਝ ਪੁੱਛੇ ਗਏ ਆ ਜੋ ਪਿਛਲੇ ਪੇਪਰਾਂ ਦੇ ਵਿੱਚ, ਠੀਕ ਹੈ। ਤਾਂ ਦੋਨੇ ਤਰ੍ਹਾਂ ਦੇ ਕੁਐਸਚਨਸ ਇਹਦੇ ਵਿੱਚ ਆਣਗੇ, ਤੇ ਜਿਹੜੇ ਸ਼ਾਰਟ ਆਨਸਰ ਕੁਐਸਚਨਸ ਹੈ 1 ਨੰਬਰ ਵਾਲੇ ਉਹ ਮੈਂ ਸੋਲਵ ਕਰ ਰਿਹਾ, ਠੀਕ ਹੈ। ਕੁਝ 2 ਨੰਬਰਸ ਵਾਲੇ ਵੀ ਤੁਹਾਨੂੰ ਮੈਂ ਹੱਲ ਕਰਕੇ ਦੇ ਰਿਹਾ। 3 ਤੇ 5 ਮਾਰਕਸ ਵਾਲੇ ਦੇਖੋ ਇਸ ਵੀਡੀਓ ਦੇ ਵਿੱਚ ਸੋਲਵ ਨਹੀਂ ਹੋ ਸਕਦੇ, ਠੀਕ ਹੈ, ਤੇ ਉਹਨਾਂ ਨੂੰ ਤੁਸੀਂ ਆਪਣੇ ਆਪ ਸੋਲਵ ਕਰ ਲਓਗੇ। ਬਟ ਮੈਂ ਤੁਹਾਨੂੰ ਸਾਰੇ ਕੁਐਸਚਨਸ ਇਸ ਵੀਡੀਓ ਦੇ ਵਿੱਚ ਦੱਸ ਰਿਹਾ ਕਿ ਕਿਸ ਤਰ੍ਹਾਂ ਦਾ ਪੇਪਰ ਤੁਹਾਨੂੰ ਪੁੱਛਿਆ ਜਾ ਸਕਦਾ, ਠੀਕ ਹੈ। ਤਾਂ ਇਸ ਵੀਡੀਓ ਨੂੰ ਪੂਰਾ ਦੇਖਿਆ ਜੇ, ਤੁਹਾਡੀ ਬਹੁਤ ਵਧੀਆ ਰਿਵੀਜ਼ਨ ਹੋਏਗੀ। ਤਾਂ ਫਸਟ ਕੁਐਸਚਨ ਹੈ ਮੀਨ ਵੈਲਿਊ ਆਫ ਦਾ AC ਓਵਰ ਕੰਪਲੀਟ ਸਾਈਕਲ ਇਜ਼। ਤਾਂ AC ਜਿਹੜਾ ਕਰੰਟ ਹੈ, ਜਦੋਂ ਅਸੀਂ ਉਹਦਾ ਗ੍ਰਾਫ ਪਲਾਟ ਕਰਦੇ ਹਾਂ ਦੇਖੋ, ਤਾਂ ਸਾਨੂੰ ਪਤਾ ਹੈ ਕਿ AC ਜਿਹੜਾ ਹੈ ਕੰਪਲੀਟ ਸਾਈਕਲ ਦੇ ਵਿੱਚ ਜਦੋਂ ਉਸ ਦਾ ਗ੍ਰਾਫ ਪਲਾਟ ਕੀਤਾ ਜਾਂਦਾ ਤਾਂ ਕੰਪਲੀਟ ਸਾਈਕਲ ਦੇ ਵਿੱਚ ਉਸ ਦੀ ਵੈਲਿਊ ਜੋ ਹੈ ਉਹ 0 ਹੋਏਗੀ, ਠੀਕ ਹੈ, ਕਿਉਂਕਿ ਜਿੰਨੀਆਂ ਪੋਜ਼ਿਟਿਵ ਵੈਲਿਊਜ਼ ਹੈ ਉਨੀਆਂ ਹੀ ਨੈਗੇਟਿਵ ਵੈਲਿਊਜ਼ ਹੈ। ਜਦੋਂ ਅਸੀਂ ਫਾਈਂਡ ਕਰਾਂਗੇ ਐਵਰੇਜ ਓਵਰ ਦਾ ਕੰਪਲੀਟ ਸਾਈਕਲ ਜਾਂ ਮੀਨ ਵੈਲਿਊ ਉਹ 0 ਹੋਏਗੀ। ਇਸੇ ਲਈ ਮੀਨ ਵੈਲਿਊ ਜਿਹੜੀ ਹਾਫ ਸਾਈਕਲ ਤੇ ਡਿਫਾਈਨ ਕੀਤੀ ਜਾਂਦੀ ਹੈ। ਨੈਕਸਟ ਕੁਐਸਚਨ ਦੇਖੋ ਇਹੀ ਹੈ, ਮੀਨ ਵੈਲਿਊ ਆਫ ਦਾ AC ਓਵਰ ਹਾਫ ਸਾਈਕਲ। AC ਨੂੰ ਅਸੀਂ ਹਾਫ ਸਾਈਕਲ ਤੇ ਡਿਫਾਈਨ ਕਰਦੇ ਹਾਂ, ਤਾਂ ਹਾਫ ਸਾਈਕਲ ਦੀ ਜਿਹੜੀ AC ਦੀ ਮੀਨ ਵੈਲਿਊ ਹੁੰਦੀ ਹੈ ਉਹ ਹੁੰਦੀ ਹੈ ਜੀ 2I0/π। ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ, ਤਾਂ ਇਹਦੇ ਪੁੱਛੇ ਜਾਣ ਦੀ ਸੰਭਾਵਨਾ ਜਿਹੜੀ ਹੈ ਉਹ ਜ਼ਿਆਦਾ। ਨੈਕਸਟ ਦੇਖੋ ਜੀ RMS ਵੈਲਿਊ ਆਫ ਦਾ AC ਓਵਰ ਕੰਪਲੀਟ ਸਾਈਕਲ। ਜਿਹੜੀ RMS ਵੈਲਿਊ ਅਸੀਂ ਕੰਪਲੀਟ ਸਾਈਕਲ ਤੇ ਹੀ ਡਿਫਾਈਨ ਕਰਦੇ ਹਾਂ ਕਿਉਂਕਿ ਹੀਟ ਨਾਲ ਰਿਲੇਟਡ ਹੁੰਦੀ ਹੈ, ਠੀਕ ਹੈ। ਤਾਂ ਜਿਹੜੀ RMS ਵੈਲਿਊ ਹੈ ਉਹ ਹੁੰਦੀ ਹੈ ਜੀ I0/√2, ਠੀਕ ਹੈ। ਇਹ ਵੀ ਕੁਐਸਚਨ ਮੇਰੇ ਅਕੋਰਡਿੰਗ ਮੋਸਟ ਇੰਪੋਰਟੈਂਟ ਹੈ, ਮੀਨ ਤੇ ਜੋ ਐਵਰੇਜ ਵੈਲਿਊ ਹੈ। ਤੁਹਾਨੂੰ ਮੈਂ ਦਿਖਾਊਂਗਾ ਕਿ ਪਿਛਲੇ ਸਾਲ ਇਹਦਾ ਕੁਐਸਚਨ ਪੁੱਛਿਆ ਵੀ ਗਿਆ ਹੈ, ਠੀਕ ਹੈ। ਨੈਕਸਟ ਹੈ in the AC circuit containing resistor only phase difference between EMF and current is। ਜਦੋਂ AC ਸਰਕਟ ਦੇ ਵਿੱਚ ਅਸੀਂ ਇਕੱਲਾ ਰੈਜ਼ਿਸਟੈਂਸ ਲਗਾਉਂਦੇ ਹਾਂ, ਠੀਕ ਹੈ, ਤਾਂ ਤੁਹਾਨੂੰ ਯਾਦ ਹੋਏਗਾ ਕਿ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਇਕੁਏਸ਼ਨਸ ਬਣਦੀਆਂ। ਜੇ ਅਸੀਂ EMF ਦੀ ਇਕੁਏਸ਼ਨਸ ਲੈ ਕੇ ਚੱਲਦੇ ਹਾਂ, E = E0 sin ωt ਨਾ, ਤਾਂ ਕਰੰਟ ਦੀ ਇਕੁਏਸ਼ਨ ਬਣਦੀ ਹੁੰਦੀ ਹੈ I = I0 sin ωt, ਕਿ ਰੈਜ਼ਿਸਟੈਂਸ ਦੇ ਵਿੱਚ ਕਰੰਟ ਤੇ ਵੋਲਟੇਜ ਇਨ ਫੇਜ਼ ਹੁੰਦੇ ਆ। ਤਾਂ ਫਿਰ ਫੇਜ਼ ਡਿਫਰੈਂਸ ਕਿੰਨਾ ਹੋ ਜਾਏਗਾ, ਫੇਜ਼ ਡਿਫਰੈਂਸ ਪੁੱਛਿਆ ਗਿਆ ਹੈ, ਇਹ ਹੋ ਜਾਏਗਾ ਜੀ 0, ਠੀਕ ਹੈ। ਨੈਕਸਟ ਹੈ ਜੀ ਦੇਖੋ ਇਨ ਅ ਸਰਕਟ ਕੰਟੇਨਿੰਗ ਇੰਡਕਟਰ ਔਰ ਕਪੈਸਿਟਰ ਫੇਜ਼ ਡਿਫਰੈਂਸ ਬਿਟਵੀਨ EMF ਐਂਡ ਕਰੰਟ ਇਜ਼। ਕਪੈਸਿਟਰ ਤੇ ਇੰਡਕਟਰ ਦੇ ਐਕਸਪ੍ਰੈਸ਼ਨ ਵੀ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ ਕਿ ਇਹਨਾਂ ਦੇ ਵਿੱਚ π/2 ਦਾ ਫੇਜ਼ ਡਿਫਰੈਂਸ ਹੁੰਦਾ ਹੈ, ਠੀਕ ਹੈ। ਜੇ ਅਸੀਂ E = E0 sin ωt ਲੈ ਕੇ ਚੱਲਦੇ ਹਾਂ ਜੀ ਜੋ EMF ਹੈ, ਤਾਂ ਇੰਡਕਟਰ ਦੇ ਵਿੱਚ ਕਰੰਟ ਦਾ ਐਕਸਪ੍ਰੈਸ਼ਨ ਹੁੰਦਾ ਹੈ I = I0 sin ωt - π/2, ਕਿ ਇਹਦੇ ਵਿੱਚ ਕਰੰਟ π/2 ਦੇ ਐਂਗਲ ਨਾਲ ਪਿੱਛੇ ਹੁੰਦਾ ਹੈ। ਤੇ ਕਪੈਸਿਟਰ ਦੇ ਵਿੱਚ ਫਾਰਮੂਲਾ ਹੁੰਦਾ ਹੈ I = I0 sin ωt + π/2, ਕਿ ਇਹਦੇ ਵਿੱਚ ਕਰੰਟ ਲੀਡ ਕਰਦਾ ਹੈ π/2 ਦੇ ਐਂਗਲ ਨਾਲ, ਠੀਕ ਹੈ। ਬਟ ਉਹ ਫੇਜ਼ ਡਿਫਰੈਂਸ ਪੁੱਛ ਰਿਹਾ ਇੱਥੇ, ਤਾਂ ਫੇਜ਼ ਡਿਫਰੈਂਸ π/2 ਦਾ ਹੀ ਹੈ, ਠੀਕ ਹੈ। ਨੈਕਸਟ ਕੁਐਸਚਨ ਦੇਖੋ ਇਸੇ ਨਾਲ ਰਿਲੇਟਡ ਹੀ ਹੈ। ਨੈਕਸਟ ਕੁਐਸਚਨ ਦੇਖੋ ਇਨ ਅ ਸਰਕਟ ਕੰਟੇਨਿੰਗ ਇੰਡਕਟਰ ਓਨਲੀ। ਹੁਣ ਉਹ ਇੰਡਕਟਰ ਪੁੱਛ ਰਿਹਾ ਹੈ, EMF ਲੀਡਸ ਦਾ ਕਰੰਟ ਔਰ ਕਰੰਟ ਲੀਡਸ ਦਾ EMF, ਕੌਣ ਲੀਡ ਕਰਦਾ ਹੈ। ਦੇਖੋ ਆਹ ਦੋ ਐਕਸਪ੍ਰੈਸ਼ਨ ਦੇਖੋ ਜੀ ਤੁਸੀਂ, ਠੀਕ ਹੈ, ਕਿਉਂਕਿ ਐਕਸਪ੍ਰੈਸ਼ਨ ਇੰਡਕਟਰ ਨਾਲ ਰਿਲੇਟਡ ਹੈ, ਤੇ ਇਹਦੇ ਵਿੱਚ ਜਿਹੜਾ ਇੰਡਕਟਰ ਦਾ ਫੇਜ਼ ਐਂਗਲ ਹੈ ਉਹ π/2 ਦੇ ਐਂਗਲ ਨਾਲ ਪਿੱਛੇ ਹੈ, ਤਾਂ ਫਿਰ EMF ਲੀਡ ਕਰ ਰਹੀ ਹੈ ਜੀ π/2 ਦੇ ਐਂਗਲ ਨਾਲ। ਤਾਂ EMF ਲੀਡਸ ਕਰੰਟ ਬਾਈ ਦਾ ਫੇਜ਼ ਐਂਗਲ π/2। ਤਾਂ ਇਸੇ ਤਰੀਕੇ ਨਾਲ ਦੇਖੋ ਕਪੈਸਿਟਰ ਦੇ ਵਿੱਚ ਪੁੱਛ ਸਕਦਾ ਕਿ ਕੌਣ ਲੀਡ ਕਰਦਾ ਹੈ, ਠੀਕ ਹੈ। ਤਾਂ ਕਪੈਸਿਟਰ ਦੇ ਵਿੱਚ ਕਰੰਟ ਲੀਡ ਕਰਦਾ ਹੈ। ਜੇ ਤੁਹਾਨੂੰ ਕਪੈਸਿਟਰ ਦਾ ਕੁਐਸਚਨ ਪੁੱਛਿਆ ਜਾਵੇ ਤਾਂ ਕਪੈਸਿਟਰ ਦੇ ਵਿੱਚ ਆਏਗਾ ਕਰੰਟ ਲੀਡਸ ਦਾ EMF ਬਾਈ ਫੇਜ਼ ਐਂਗਲ π/2, ਠੀਕ ਹੈ। ਜਾਂ ਇੱਥੇ ਵਰਡ ਲੈਗਸ ਹੋ ਸਕਦਾ, ਲੈਗਸ ਬਿਹਾਈਂਡ, ਤਾਂ ਇਹ ਲੈਗਸ ਬਿਹਾਈਂਡ ਤੇ ਵੀ ਪੁੱਛਿਆ ਜਾ ਸਕਦਾ। ਤਾਂ ਕੁਐਸਚਨ ਬਹੁਤ ਤਰੀਕੇ ਨਾਲ ਬਣ ਸਕਦਾ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਤਾਂ ਇੰਡਕਟਰ ਦੇ ਵਿੱਚ ਅਸੀਂ ਐਂ ਵੀ ਲਿਖ ਸਕਦੇ ਹਾਂ ਕਿ ਕਰੰਟ ਲੈਗਸ ਬਿਹਾਈਂਡ EMF, ਕਿ ਕਰੰਟ ਪਿੱਛੇ ਰਹਿ ਜਾਂਦਾ ਜੀ,
ठीक है, तो आ भी इनकी ऑप्शन सही हो सकती है, करंट लैग्स बिहाइंड ईएमएफ बाय फेज एंगल पाई बाय 2। नेक्स्ट क्वेश्चन है, व्हाट हैपन टू द इंडक्टिव रिएक्टेंस व्हेन फ्रीक्वेंसी ऑफ एसी सप्लाई इज इंक्रीज्ड। जो इंडक्टिव रिएक्टेंस ਹੁੰਦਾ ਉਸ ਨੂੰ ਅਸੀਂ XL ਨਾਲ ਲਿਖਦੇ ਹਾਂ, that is equal to omega L। ठीक है, ਜਦੋਂ ਅਸੀਂ ਫ੍ਰੀਕੁਐਂਸੀ ਇਨਕਰੀਜ਼ ਕਰਾਂਗੇ, ओमेगा ਇਨਕਰੀਜ਼ ਕਰਾਂਗੇ ਤਾਂ XL ਦੀ ਵੈਲਿਊ ਇਨਕਰੀਜ਼ ਹੋਏਗੀ। ठीक है, ਤਾਂ ਇਨਕਰੀਜ਼ ਹੋਏਗੀ ਜੀ। ਇਨ ਦਾ ਸਰਕਟ ਕੰਟੇਨਿੰਗ ਕੈਪੈਸਿਟਰ ਓਨਲੀ, ਤਾਂ ਫਿਰ ਉਹੀ ਕੁਐਸਚਨ ਆ ਗਿਆ ਜੀ, ਕੈਪੈਸਿਟਰ ਦੇ ਵਿੱਚ ਕੌਣ ਲੀਡ ਕਰਦਾ ਹੈ। ठीक है, कैपेसिटर ਦੇ ਵਿੱਚ करंट लीड करता है, तो करंट लीड्स EMF बाय द फेज एंगल पाई बाय 2, या फिर उस तरीके ਨਾਲ ਹੋ ਸਕਦਾ EMF लैग्स बिहाइंड करंट, तो EMF ਪਿੱਛੇ ਰਹਿ ਜਾਂਦੀ है। इन AC सीरीज LCR सर्किट करंट एट द रेजोनेंस, रेजोनेंस की डेफिनेशन यही है कि करंट मैक्सिमम हो जाता जी एट रेजोनेंस। विच ऑफ द फॉलोइंग इज करैक्ट एक्सप्रैशन फॉर रेजोनेंस फ्रीक्वेंसी ऑफ LCR सर्किट, सीरीज LCR सर्किट जी। फिर उस दा क्वेश्चन है, तो ये भी बहुत इंपॉर्टेंट है जी। तो न्यू नॉट की वैल्यू होंगी है जी 1/√2 पाई रूट LC। ठीक है, तो C ऑप्शन इज करैक्ट। कई बार ओमेगा नॉट की फॉर्म्स भी लिख देंगे, तो ओमेगा नॉट की वैल्यू होंगी है 1/रूट LC। ठीक है, तो ध्यान रखना है कि तुहानू ओमेगा नॉट पूछा गया कि न्यू नॉट पूछा गया, क्योंकि ओमेगा इज इक्वल टू 2 पाई न्यू होंगे। ठीक है, तो न्यू की वैल्यू जी है ओमेगा ओवर 2 पाई आ जाती है। In an AC circuit containing inductor only, average power consumed in the circuit is। देखो जिहड़ा इंडक्टर ओनली ते कैपेसिटर ओनली वाला काम है, इहदे विच जिहड़ी एवरेज पावर कंज्यूम्ड है ये 0 होंदी है। ठीक है, जे सर्किट दे विच कल्ला इंडक्टर जां कैपेसिटर लग्या तो एवरेज पावर कंज्यूम्ड इज 0। इन अ सर्किट कंटेनिंग रजिस्टर ओनली, जे सर्किट दे विच कल्ला रजिस्टर लग्या तो एवरेज पावर कंज्यूम करेगा जी। फिर ठीक है, रजिस्टर पावर कंज्यूम करता है, तो पावर कंज्यूम्ड कितनी होंदी है जी, वो होंदी है जी E0 I0 बाय 2। ठीक है, द करंट विच कंज्यूम्स नो पावर फॉर इट्स मेंटेनेंस इन द सर्किट। ये फिर इंडक्टर ते कैपेसिटर नाल रिलेटेड है। देखो उन्हां दे विच पावर कंज्यूम नहीं ना होंदी, नो पावर, तो जिहड़ा भी करंट है जिहड़ा सर्किट दे विच फ्लो करता है तो पावर कंज्यूम नहीं करता, उसनूं असीं कहने हैं जी वाटलैस करंट। ठीक है, नो पावर वाटलैस करंट। देखो जी हुण क्वेश्चन है जिहड़े पिछले साल पूछे गए हैं PSCB 2022 जिहड़ा 21-22 ਦਾ ਸੈਸ਼ਨ ਸੀਗਾ। ठीक है जी, तो उनदे विच फस्ट टर्म दे विच जिहड़ा पेपर होया सी ना, वो MCQ फॉर्म दे विच होया सी। तो ये कुछ 5-7 उनदे क्वेश्चंस है। SI यूनिट ऑफ इंपीडेंस ऑफ द सर्किट इज, तो इंपीडेंस नूं असीं ओम दे विच मेजर करते हैं। ठीक है, जिस तरह रेजिस्टेंस नूं रिएक्टेंस नूं मेजर करते हैं। विच ऑफ द फॉलोइंग रिलेशन इज करैक्ट। 16th क्वेश्चन देखो जी, मैं तुहानूं मीन ते उनदा एक्सप्रैशन करवाया सी। IV जिहड़ा है ये भी RMS वैल्यू है, इसनूं असीं वर्चुअल वैल्यू कहने हैं। ठीक है, वर्चुअल वैल्यू या इसनूं कहंदे आ जी और RMS वैल्यू। तो RMS वैल्यू ते बेस्ड क्वेश्चन है जिहड़ा असीं स्टार्टिंग दे विच कीता सी। तां की हुंदी है जी RMS वैल्यू, मतलब IV इज इक्वल टू I0 डिवाइडेड बाय √2। ठीक है, या I0 इज इक्वल टू √2 IV। फर्स्ट ऑप्शन इज करैक्ट। लेंजेस लॉ गिव्स, लेंजेस लॉ की दसदा है, मैग्नीट्यूड ऑफ इंड्यूस्ड EMF, डायरेक्शन ऑफ इंड्यूस्ड EMF, बोथ मैग्नीट्यूड एंड डायरेक्शन ऑफ इंड्यूस्ड EMF, मैग्नीट्यूड ऑफ इंड्यूस्ड करंट। ठीक है, तो सानू डायरेक्शन दसदा है जी, डायरेक्शन ऑफ इंड्यूस्ड करंट, कि करंट किस डायरेक्शन दे विच इंड्यूस हो रहा है, क्योंकि उन्हें अपोजिंग डायरेक्शन दे विच इंड्यूस होना हुंदा है, तो मैग्नीट्यूड नहीं दसदा, ये डायरेक्शन दसदा है। नैक्सट है अ कॉइल ऑफ रेजिस्टेंस 8 ओम, रेजिस्टेंस है जी 8 ओम एंड इंडक्टिव रिएक्टेंस जिहड़ा XL ये है 6 ओम। तो इंपीडेंस कितना होएगा सर्किट का, तो Z की वैल्यू होंदी है जी R² प्लस जे LCR सर्किट है तो होंगी जी XL माइनस XC², पर इतने कल्ला इंडक्टेंस ही है तो XL²। ठीक है, तो बड़ा सिंपल जो आंसर है जी 8² प्लस 6² सानू पता है सॉल्व करके कितना आता है 100 हो जाना, तो इनका आंसर आएगा जी 10। वट इज द कंडीशन फॉर रेजोनेंट सर्किट, रेजोनेंट सर्किट रेजोनेंस से जाके जो LCR सर्किट है उनके Z की वैल्यू होंगी है R² प्लस XL माइनस XC। जे असी इंडक्टर डोमीनेंट सर्किट की गल कर रहे हैं तो Z की यह वैल्यू होंगी है। तो जो करंट है दैट इज EMF डिवाइडेड बाय Z। तो करंट मैक्सिमम कदों होएगा, जो Z मिनीमम होएगा। ठीक है, तो Z मिनीमम कदों होएगा, Z मिनीमम होएगा जी जो Z मिनीमम R हो जाएगा, जो XL तो XC इक्वल हो जाएगा। ठीक है, तो ये कंडीशन है जी रेजोनेंस की, जो सर्किट दे विच करंट जिहड़ा है वो की हो जाएगा, वो मैक्सिमम हो जाएगा। ठीक है, सिलेक्ट द करैक्ट ऑप्शन फॉर द सर्किट एट रेजोनेंस
voltage applied is this, E is equal to E naught sin omega t, and current is this, the power consumption in the circuit is। देखो जे रेजोनेंस है तो इसका मतलब है कि आही केस है जी उपरला, ਇਹਦਾ मतलब ਜਿਹੜਾ Z ਹੈ that is equal to R, ਇਹਦਾ मतलब प्योर resistive सर्किट है। resistive सर्किट ਦੇ ਵਿੱਚ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ कि जो आंसर है E naught I naught divided by 2 आएगा। ठीक है, नेक्स्ट है जी SI यूनिट ऑफ सैल्फ इंडक्शन। SI यूनिट होंगे है जी हैनरी, तो ਅਸੀਂ ਹੈਨਰੀ ਨੂੰ डिफाइन करना है। तो 1 हैनरी किस ਦੇ इक्वल होंगे है, साढ़े को एक्सप्रैशन होंगे है कि फाई इज इक्वल टू एल आई, एल इज इक्वल टू फाई बाय आई। तो 1 हैनरी किस ਦੇ इक्वल हो जाएगा, 1 वैबर डिवाइडेड बाय 1 एम्पीयर। ठीक है, तो 1 हैनरी ਨੂੰ ਕਿਵੇਂ डिफाइन कर सकते हैं ਅਸੀਂ, तो 1 हैनरी इज द सैल्फ इंडक्शन ऑफ द कॉयल when 1 ampere current is flowing through it and 1 Weber flux is linked with it। ठीक है, तो 1 Henry is equal to 1 Weber per ampere। डिफाइन द रेजोनेंट फ्रीक्वेंसी ऑफ सीरीज एलसीआर सर्किट, ये ਅਸੀਂ ਉੱਪਰ ਕਰ ਹੀ ਚੁੱਕੇ ਹਾਂ ਜੀ। रेजोनेंट फ्रीक्वेंसी ਨੂੰ डिफाइन कि रेजोनेंट फ्रीक्वेंसी ਕੀ ਹੁੰਦੀ ਹੈ, द फ्रीक्वेंसी एट विच करंट इन द सीरीज एलसीआर सर्किट बिकम्स मैक्सिमम। इनकी वैल्यू भी ਅਸੀਂ लिख चुके हैं ਉੱਪਰ क्वेश्चंस ਦੇ ਵਿੱਚ कि न्यू नॉट इज इक्वल टू 1 बाय 2 पाई ते रूट एल सी। इट इज़ द फ्रीक्वेंसी एट विच करंट इन द सर्किट बिकम्स मैक्सिमम। स्टेट लेंजेस लॉ ऑफ इलैक्ट्रोमैग्नेटिक इंडक्शन कि लेंजेस लॉ ਨੂੰ ਅਸੀਂ स्टेट करना है। तो लेंजेस लॉ पोलैरिटी ऑफ इंड्यूस्ड ईएमएफ ਨਾਲ रिलेटेड है कि पोलैरिटी ऑफ इंड्यूस्ड ईएमएफ इज सच दैट कि पोलैरिटी ऑफ द इंड्यूस्ड ईएमएफ इज सच दैट इट अपोजेस द कॉज विच इंड्यूसेस इट। ठीक है, डिफाइन एसआई यूनिट ऑफ सैल्फ इंडक्शन। ठीक है, 2017 ਦੇ ਵਿੱਚ ਵੀ ਪੁੱਛਿਆ ਗਿਆ ਹੈ, ਇਹ ਅਸੀਂ ਉੱਪਰ ਡਿਫਾਈਨ ਕਰ ਚੁੱਕੇ ਹਾਂ ਹੈਨਰੀ। ਵਟ ਇਜ਼ ਮੈਂਟ ਬਾय ਮੈਗਨੈਟਿਕ ਫਲਕਸ, ਮੈਗਨੈਟਿਕ ਫਲਕਸ ਕੀ ਹੁੰਦੀ ਹੈ, ਨੰਬਰ ਆਫ ਮੈਗਨੈਟਿਕ ਲਾਈਨਸ ਆਫ ਫੋਰਸ ਜਿਹੜੀਆਂ ਕ੍ਰਾਸ ਕਰਦੀਆਂ ਕਿਸੇ ਗਿਵਨ ਏਰੀਆ ਚੋਂ ਨਾਰਮਲੀ। ਠੀਕ ਹੈ, ਇਟ ਇਜ਼ ਨੰਬਰ ਆਫ ਮੈਗਨੈਟਿਕ ਲਾਈਨਸ ਆਫ ਫੋਰਸ ਵਿਚ ਕ੍ਰਾਸਿਸ ਦ ਗਿਵਨ ਏਰੀਆ ਨਾਰਮਲੀ। ਅੱਗੇ ਜੀ ਵਟ ਟਾਈਪ ਆਫ ਮੈਗਨੈਟਿਕ ਮਟੀਰੀਅਲ ਯੂਜ਼ਡ ਇਨ ਮੇਕਿੰਗ ਇਲੈਕਟ੍ਰੋਮੈਗਨੇਟਸ ਐਂਡ ਵਾਈ, ਕਿਸ ਤਰ੍ਹਾਂ ਦੇ ਮਟੀਰੀਅਲ ਯੂਜ਼ ਕੀਤੇ ਜਾਂਦੇ ਇਲੈਕਟ੍ਰੋਮੈਗਨੇਟ ਬਣਾਉਣ ਲਈ, तो सॉफ्ट आयरन यूज़ किया जाता है जी। ठीक है, तो जो मटीरियल है सॉफ्ट आयरन क्यों यूज़ किया जाता है, वाई, बिकॉज इट मेक्स स्ट्रोंग मैगनेट। ठीक है, इट मैगनेटाइजेस ईजीली, असं ये भी कह सकते हैं। ठीक है, तो एक कहना एनर्जी लॉस पर साइकिल घट है, ये भी लिख सकते हैं। वाई इज कॉयल ऑफ डेड बीट गैल्वेनोमीटर बाउंड ऑन मैटेलिक फ्रेम कि जी डेड बीट कॉयल की डेड बीट गैल्वेनोमीटर की कॉयल है उसनों मैटल फ्रेम के उपर क्यों बाउंड किया जाता है, तो उन्होंने बाउंड किया जाता ताकि उहदे एडी करंट्स प्रोड्यूस होण ते एडी करंट्स उहदे मोशन नूं अपोज करनगे, वही उसनूं डेड बीट बनाउणगे। ठीक है, तो टू प्रोड्यूस एडी करंट्स, तो टू प्रोड्यूस एडी करंट्स विच मेक्स द मोशन ऑफ कॉयल डैम्प्ड एंड मेक्स गैल्वेनोमीटर डेड बीट। ठीक है, सैल्फ इंडक्शन इज कॉल्ड इनर्शिया ऑफ इलैक्ट्रिसिटी। देखो एक कॉयल दे विच जदों भी एसी करंट फ्लो करता है तो वो कॉयल उस इनक्रीज या डिक्रीज नूं अपोज करती है। ठीक है, इनर्शिया भी तो यही करता है, इनर्शिया भी तो मोशन ਨੂੰ ਅਪੋਜ਼ ਕਰਦਾ ਹੈ, ਜੇ ਬੋਡੀ ਰੈਸਟ 'ਚ ਤਾਂ ਰੈਸਟ 'ਚ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਠੀਕ ਹੈ, ਮੋਸ਼ਨ 'ਚ ਤਾਂ ਮੋਸ਼ਨ 'ਚ ਰਹਿਣ ਦੀ ਕੋਸ਼ਿਸ਼ ਕਰਦੀ ਹੈ, ਇਨਰਸ਼ੀਆ ਵੀ ਰੈਜ਼ਿਸਟ ਕਰਦਾ ਹੈ। ਠੀਕ ਹੈ, ਤਾਂ ਇਸੇ ਤਰ੍ਹਾਂ ਸੈਲਫ ਇੰਡਕਸ਼ਨ ਵੀ ਰੈਜ਼ਿਸਟ ਕਰਦੀ ਹੈ ਕਰੰਟ ਦੀ ਚੇਂਜ ਨੂੰ। ਠੀਕ ਹੈ, ਤਾਂ ਇਹਦਾ ਕਾਰਨ ਹੈ ਕਿ ਕਿਉਂਕਿ ਇਹ ਅਪੋਜ਼ ਕਰਦੀ ਹੈ ਕਰੰਟ ਦੀ ਇਨਕਰੀਜ਼ ਜਾਂ ਡਿਕਰੀਜ਼ ਨੂੰ। ਠੀਕ ਹੈ ਜੀ, ਬਿਕੋਜ਼ ਇਟ ਅਪੋਜ਼ਸ ਐਨੀ ਚੇਂਜ मतलब ग्रोथ और डिके ऑफ करंट थ्रू इट बाय इंड्यूसिंग एन ईएमएफ इन इटसेल्फ। ठीक है, लाइक इनर्शिया। तो उस तो अगे जी लॉन्ग आंसर क्वेश्चंस देखो, एसी जनरेटर पूछा गया है, ये तो बहुत ही इंपॉर्टेंट है जी एसी जनरेटर। ठीक है, एडी करंट्स बहुत इंपॉर्टेंट है जी, एडी करंट्स ते बेस्ड एडी करंट्स दी एप्लीकेशंस, एडी करंट्स की होंदे है या ट्रांसफार्मर, तो ये तीनों दा जी मोस्ट इंपॉर्टेंट है। तो जे 3 मार्क्स का क्वेश्चन है इन्हां दे विचों आउण दी संभावना बहुत ज़्यादा है। ठीक है, या फैराडे लॉज तुसीं कर सकते हो। ठीक है, अगे देखो फिर ट्रांसफार्मर रिपीट होया है, एसी जनरेटर रिपीट होया। तो ये क्वेश्चन तो देखो जी मोस्ट इंपॉर्टेंट है, जो तुसीं लॉन्ग आंसर दे विच जाना चाहुंदे हो तो लॉन्ग आंसर दे विच तां एडी करंट्स, एसी जनरेटर ते ट्रांसफार्मर ते फैराडे लॉस। ठीक है, तो 2 मार्क्स दे विच लेंजेस रूल जिवें असीं कीता है पहलां भी। ठीक है, सैल्फ इंडक्टेंस, तो इन्हां ते बेस्ड क्वेश्चन पूछा जा सकता है। तो आई होप कि तुहानूं ये क्वेश्चन जिहड़े समझ आ गए होणगे। ठीक है, इंपॉर्टेंट क्वेश्चन है, जरूर करिया जी, तो पेपर दे विच तुहानूं काफ़ी हैल्प मिलेगी। सो ऑल द बेस्ट, हैव अ नाइस डे।